ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ 7ਵੀਂ ਜਮਾਤ ਦਾ ਚੈਪਟਰ ਨੰਬਰ 23 ਨੰਬਰ ਪਾਠ, ਜਿਸ ਦਾ ਨਾਮ ਹੈ ਮਿਲਖੀ ਦਾ ਵਿਆਹ। ਇਸ ਪਾਠ ਨੂੰ ਲਿਖਣ ਵਾਲੇ ਲੇਖਕ ਹਨ ਰਜਿੰਦਰ ਕੌਰ। ਪਿਆਰੇ ਬੱਚਿਓ, ਇਹ ਚੈਪਟਰ ਇੱਕ ਬਾਂਦਰ ਅਤੇ ਇੱਕ ਬਾਂਦਰੀ ਦੀ ਕਹਾਣੀ ਰਾਹੀਂ ਇੱਕ ਮਨੁੱਖ ਭਾਵ ਇੱਕ ਵਿਅਕਤੀ ਨੂੰ ਪੇਸ਼ ਕਰਦਾ ਹੈ ਕਿ ਇਸ ਪਾਠ ਦੇ ਵਿੱਚ ਜੋ ਮਿਲਖੀ ਨਾਂ ਦਾ ਬਾਂਦਰ ਹੈ ਉਸ ਨੂੰ ਇੱਕ ਮਨੁੱਖ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਕਿ ਜਿਵੇਂ ਇੱਕ ਮਨੁੱਖ ਜਿਸ ਦੀ ਉਮਰ ਵਿਆਹ ਵਾਲੀ ਹੋ ਜਾਂਦੀ ਹੈ, ਉਸ ਦੇ ਮਨ ਦੇ ਵਿੱਚ ਫੁਰਨਾ ਫੁਰਦਾ ਹੈ, ਉਹ ਵਿਆਹ ਕਰਵਾਉਣ ਲਈ ਉਸ ਦੇ ਅੰਦਰ ਖਿਆਲ ਆਉਂਦਾ ਹੈ ਅਤੇ ਫਿਰ ਉਹ ਨਿਊਜ਼ਪੇਪਰ ਵਿੱਚ, ਜਿਵੇਂ ਅਸੀਂ ਮੈਟਰੀਮੋਨੀਅਨ ਕਹਿੰਦੇ ਹਾਂ ਕਿ ਉਹਦੇ ਵਿੱਚ ਅਸੀਂ ਮੈਟਰੀਮੋਨੀਅਨ ਐਡ ਦਿੰਦੇ ਹਾਂ ਅਤੇ ਉਸ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਮੈਂ ਬਾਹਰੋਂ ਆਇਆ ਹੋਇਆ ਵਿਅਕਤੀ ਹਾਂ, ਮੈਨੂੰ ਇੱਕ ਪੜ੍ਹੀ ਲਿਖੀ ਸੂਝਵਾਨ ਸਿਆਣੀ ਲੜਕੀ ਦੀ ਲੋੜ ਹੈ। ਸੋ ਉਸ ਤੋਂ ਬਾਅਦ ਫਿਰ ਰਿਸ਼ਤੇ ਤੈਅ ਹੁੰਦੇ ਹਨ। ਸੋ ਇਸੇ ਤਰ੍ਹਾਂ ਇਸ ਪਾਠ ਦੇ ਵਿੱਚ ਇੱਕ ਬਾਂਦਰ ਹੈ ਜਿਸ ਦਾ ਨਾਮ ਮਿਲਖੀ ਹੈ। ਉਸ ਦੇ ਮਨ ਦੇ ਅੰਦਰ ਫੁਰਨਾ ਫੁਰਦਾ ਹੈ ਅਤੇ ਉਹ ਸਭ ਤੋਂ ਪਹਿਲਾਂ ਅਖਬਾਰ ਦੇ ਵਿੱਚ ਆਪਣਾ ਨਾਮ ਛਪਵਾਉਂਦਾ ਹੈ ਕਿ ਮੈਨੂੰ ਸ਼ਾਦੀ ਲਈ ਇੱਕ ਲੜਕੀ ਦੀ ਲੋੜ ਹੈ। ਭਾਵ ਬਾਂਦਰ ਜਿਸ ਲੜਕੀ ਨਾਲ ਸ਼ਾਦੀ ਕਰਵਾਉਂਦਾ ਹੈ ਉਸ ਦਾ ਨਾਮ ਨੱਥੋ ਹੁੰਦਾ ਹੈ ਅਤੇ ਨੱਥੋ ਬੂਟ ਸੂਟ ਅਤੇ ਹੈਟ ਭਾਵ ਟੋਪੀ ਟਾਈ ਵਾਲੇ ਇਸ ਮਿਲਖੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਅਤੇ ਇਸ ਨਾਲ ਸ਼ਾਦੀ ਕਰ ਲੈਂਦੀ ਹੈ। ਅਤੇ ਕੁਛ ਚਿਰ ਬਾਅਦ ਜਦੋਂ ਨੱਥੋ ਨੂੰ ਮਿਲਖੀ ਦੀਆਂ ਬੁਰੀਆਂ ਆਦਤਾਂ ਦਾ ਪਤਾ ਲੱਗਦਾ ਹੈ ਕਿ ਇਹ ਨਾ ਹੀ ਦਾਤਣ ਕਰਦਾ ਹੈ, ਕੁਰਲਾ ਕਰਦਾ ਹੈ, ਨਾ ਹੀ ਮੂੰਹ ਧੋਂਦਾ ਹੈ, ਨਾ ਹੀ ਨਹਾਉਂਦਾ ਹੈ, ਮੈਲੇ ਕੁਚੈਲੇ ਕੱਪੜੇ ਪਹਿਨਦਾ ਹੈ, ਇਹ ਦਾਰੂ ਪੀਂਦਾ ਹੈ, ਬੀੜੀ ਪੀਂਦਾ ਹੈ, ਸਿਗਰਟ ਪੀਂਦਾ ਹੈ, ਜਰਦੇ ਖਾਂਦਾ ਹੈ, ਤਾਂ ਫਿਰ ਇੱਕ ਦਿਨ ਨੱਥੋ ਤੰਗ ਆ ਕੇ ਮਿਲਖੀ ਨੂੰ ਛੱਡ ਕੇ ਆਪਣੇ ਪੇਕੇ ਪਿੰਡ ਚਲੀ ਜਾਂਦੀ ਹੈ ਅਤੇ ਫਿਰ ਇਹ ਬਹੁਤ ਲੰਮਾ ਸਮਾਂ ਇਕੱਲਾ ਰਹਿ ਜਾਂਦਾ ਹੈ ਅਤੇ ਪਿੰਡ ਦੇ ਲੋਕ ਇਹਨੂੰ ਤਾਨੇ ਮਿਹਣੇ ਮਾਰਦੇ ਨੇ। ਅਤੇ ਫਿਰ ਇਹ ਆਖਰ ਥੱਕ ਹਾਰ ਕੇ ਸਮਝਦਾ ਹੈ, ਮਨ ਸਮਝਾਉਂਦਾ ਹੈ ਕਿ ਮੈਂ ਅੱਜ ਤੋਂ ਬਾਅਦ ਜੋ ਮੇਰੇ ਅੰਦਰ ਬੁਰੀਆਂ ਆਦਤਾਂ ਨੇ ਮੈਂ ਉਹਨਾਂ ਦਾ ਤਿਆਗ ਕਰ ਦੇਵਾਂਗਾ ਅਤੇ ਅੱਜ ਤੋਂ ਬਾਅਦ ਮੈਂ ਨਹਾਵਾਂਗਾ, ਧੋਵਾਂਗਾ, ਚੰਗੇ ਕੱਪੜੇ ਪਹਿਨਾਂਗਾ, ਚੰਗੀਆਂ ਆਦਤਾਂ ਅਪਣਾਵਾਂਗਾ, ਦਾਰੂ ਬੀੜੀ ਸਿਗਰਟ ਅਤੇ ਜਰਦੇ ਦਾ ਤਿਆਗ ਕਰ ਦੇਵਾਂਗਾ। ਅਤੇ ਫਿਰ ਇਹ ਮਿਲਖੀ ਨਹਾ ਧੋ ਕੇ ਸੁਰਮਾ ਪਾ ਕੇ ਸੋਹਣੇ ਸੂਟ ਬੂਟ ਪਾ ਕੇ ਨੱਥੋ ਦੇ ਪਿੰਡ ਜਾਂਦਾ ਹੈ ਅਤੇ ਉਸ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਮੈਂ ਆਪਣੀਆਂ ਸਾਰੀਆਂ ਬੁਰੀਆਂ ਆਦਤਾਂ ਨੂੰ ਤਿਆਗ ਕੇ ਛੱਡ ਕੇ ਆਇਆ ਹਾਂ। ਅੱਜ ਤੋਂ ਬਾਅਦ ਮੈਂ ਤੌਬਾ ਕਰਦਾ ਹਾਂ, ਮੈਂ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਲਾਵਾਂਗਾ, ਮੈਂ ਨਹਾ ਧੋ ਕੇ ਸਾਫ ਸੁਥਰਾ ਬਣ ਕੇ ਰਹਾਂਗਾ। ਅਤੇ ਨੱਥੋ ਨੂੰ ਵੀ ਆਪਣੇ ਘਰ ਜਾਣ ਦਾ ਚਾਅ ਹੁੰਦਾ ਹੈ ਅਤੇ ਉਸ ਨੂੰ ਸੁਧਰਿਆ ਵੇਖ ਕੇ ਨੱਥੋ ਸੋਹਣੇ ਲਾਲ ਸੂਹੇ ਕੱਪੜੇ ਪਾ ਕੇ ਖੁਸ਼ੀ ਖੁਸ਼ੀ ਤਿਆਰ ਹੋ ਕੇ ਮਿਲਖੀ ਦੇ ਨਾਲ ਫਿਰ ਆਪਣੇ ਘਰ ਵਾਪਸ ਆ ਜਾਂਦੀ ਹੈ। ਸੋ ਪਿਆਰੇ ਬੱਚਿਓ, ਇਹ ਇੱਕ ਨੱਥੋ ਅਤੇ ਮਿਲਖੀ ਦੀ ਛੋਟੀ ਜਿਹੀ ਕਹਾਣੀ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਮਨੁੱਖ, ਜਿਹੜਾ ਅੱਜ ਦਾ ਮਨੁੱਖ ਹੈ, ਉਸ ਦੇ ਅੰਦਰ ਬਹੁਤ ਸਾਰੀਆਂ ਬੁਰਾਈਆਂ ਨੇ, ਸੋ ਅਸੀਂ ਕਿਉਂ ਨਾ ਇਸ ਮਿਲਖੀ ਦੀਆਂ ਬੁਰੀਆਂ ਆਦਤਾਂ ਤੋਂ ਸਿੱਖੀਏ ਕਿ ਕਿਵੇਂ ਮਿਲਖੀ ਦੀਆਂ ਬੁਰੀਆਂ ਆਦਤਾਂ ਤੋਂ ਤੰਗ ਆ ਕੇ ਉਸ ਦਾ ਘਰ, ਜਿਵੇਂ ਕਿ ਉਹ ਪਹਿਲਾਂ ਇਕੱਲਾ ਰਹਿੰਦਾ ਸੀ, ਆਪ ਹੀ ਰੋਟੀਆਂ ਬਣਾਉਂਦਾ, ਆਪ ਹੀ ਖਾਂਦਾ, ਅਤੇ ਨੱਥੋ ਦੇ ਚਲੇ ਜਾਣ ਤੋਂ ਬਾਅਦ ਉਸ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਖਰ ਉਸ ਨੂੰ ਆਪਣੀਆਂ ਬੁਰੀਆਂ ਆਦਤਾਂ ਨੂੰ ਤਿਆਗ ਕੇ ਹੀ ਨੱਥੋ ਨੂੰ ਆਪਣੇ ਘਰ ਵਾਪਸ ਲੈ ਕੇ ਆਉਣਾ ਪਿਆ। ਸੋ ਪਿਆਰੇ ਬੱਚਿਓ, ਸਾਨੂੰ ਜਿੰਨੀਆਂ ਵੀ ਸਮਾਜ ਦੇ ਵਿੱਚ ਬੁਰਾਈਆਂ ਨੇ ਉਹਨਾਂ ਤੋਂ ਨਸੀਹਤ ਲੈਣੀ ਚਾਹੀਦੀ ਹੈ ਅਤੇ ਸੋਚਣਾ ਚਾਹੀਦਾ ਹੈ ਕਿ ਬੁਰੀਆਂ ਆਦਤਾਂ ਦੇ ਨਤੀਜੇ ਹਮੇਸ਼ਾ ਬੁਰੇ ਹੁੰਦੇ ਹਨ। ਸੋ ਸਾਨੂੰ ਮਿਲਖੀ ਦੀ ਤਰ੍ਹਾਂ ਨਸ਼ੇ ਪੱਤਿਆਂ ਤੋਂ, ਬੁਰੀਆਂ ਆਦਤਾਂ ਤੋਂ ਤੌਬਾ ਕਰਕੇ ਇੱਕ ਚੰਗਾ ਸੁਖਦ ਜੀਵਨ ਜੀਣਾ ਚਾਹੀਦਾ ਹੈ। ਸੋ ਆਓ ਬੱਚਿਓ, ਇਸ ਪਾਠ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਨੇ, ਆਪਾਂ ਉਹਨਾਂ ਬਾਰੇ ਵਿਚਾਰ ਕਰਦੇ ਹਾਂ। ਤੁਸੀਂ ਇਸ ਚੈਪਟਰ ਦੇ ਵਿੱਚ ਫੋਟੋ ਦੇ ਵਿੱਚ ਇਹ ਦੇਖ ਰਹੇ ਹੋ, ਇਹ ਜੋ ਇੱਕ ਬਾਂਦਰ ਬਾਂਦਰੀ ਦਾ ਖੇਡ ਤਮਾਸ਼ਾ ਅਸੀਂ ਪਿੰਡਾਂ ਦੇ ਵਿੱਚ ਅਕਸਰ ਦੇਖਦੇ ਹਾਂ। ਇਹ ਮਦਾਰੀ ਹੈ ਜਿਸ ਦੇ ਹੱਥ ਵਿੱਚ ਡਮਰੂ ਹੈ ਅਤੇ ਦੋ ਰੱਸੀਆਂ ਇਸ ਨੇ ਪਕੜੀਆਂ ਹੋਈਆਂ ਹਨ। ਇੱਕ ਕੁਰਸੀ ਦੇ ਉੱਪਰ ਮਿਲਖੀ ਬੈਠਾ ਹੈ ਜਿਸ ਦਾ ਨਾਮ ਬਾਂਦਰ ਅਸੀਂ ਬੋਲਦੇ ਹਾਂ ਮਿਲਖੀ,
ਤੇ ਦੂਸਰੀ ਜਿਹੜੀ ਨੱਥੋ ਆ ਉਸਨੇ ਘੱਗਰੀ ਪਾਈ ਹੈ ਤੇ ਲਾਲ ਰੰਗ ਦਾ ਉਸਨੇ ਜੋ ਪਹਿਰਾਵਾ ਪਹਿਨਿਆ ਹੈ, ਘੱਗਰੀ ਤੇ ਲਾਲ ਪਹਿਰਾਵਾ। ਸੋ ਇਹ ਮਿਲਖੀ ਤੇ ਨੱਥੋ ਦੀ ਕਹਾਣੀ ਅਸੀਂ ਪਹਿਲਾਂ ਇੱਕ ਆਮ ਸ਼ਬਦਾਂ ਦੇ ਵਿੱਚ, ਕਾਮ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਬੋਲ ਕੇ ਸਾਂਝੀ ਕੀਤੀ ਹੈ। ਸੋ ਇਸ ਪਾਠ ਦੇ ਨਾਲ ਸੰਬੰਧਿਤ ਜਿਹੜੇ ਕੁਐਸਚਨ ਆਨਸਰ ਨੇ, ਆਓ ਅਸੀਂ ਉਹਨਾਂ ਨੂੰ ਸਮਝਦੇ ਹਾਂ ਤੇ ਪੜ੍ਹਦੇ ਹਾਂ। ਪਹਿਲਾ ਜੋ ਸਵਾਲ ਹੈ ਉਹ ਹੈ ਕਿ ਬਾਂਦਰ ਦੇ ਮਨ ਵਿੱਚ ਕਿਹੜਾ ਫੁਰਨਾ ਫੁਰਿਆ। ਫੁਰਨੇ ਤੋਂ ਭਾਵ ਹੁੰਦਾ ਬੇਟਾ, ਜਿਵੇਂ ਅਸੀਂ ਕੋਈ ਚੀਜ਼ ਸੋਚਦੇ ਹਾਂ, ਸਾਡੇ ਅੰਦਰ ਕਿਹੜੀ ਜਗਿਆਸਾ ਜਾਗਦੀ ਆ, ਕੀ ਇੱਛਾ ਹੁੰਦੀ ਹੈ ਸਾਡੀ। ਬਾਂਦਰ ਦੇ ਮਨ ਵਿੱਚ ਵਿਆਹ ਕਰਾਉਣ ਦਾ ਫੁਰਨਾ ਫੁਰਿਆ। ਸੋ ਪਹਿਲੇ ਸਵਾਲ ਦਾ ਉੱਤਰ ਹੈ ਕਿ ਬਾਂਦਰ ਦੇ ਮਨ ਵਿੱਚ ਵਿਆਹ ਕਰਾਉਣ ਦਾ ਫੁਰਨਾ ਫੁਰਿਆ। ਪ੍ਰਸ਼ਨ ਨੰਬਰ ਐੜਾ, ਬਾਂਦਰ ਨੇ ਫੁਰਨੇ ਬਾਰੇ ਪਹਿਲਾ ਕਿਹੜਾ ਕੰਮ ਕੀਤਾ। ਜੋ ਵੀ ਉਸਦੇ ਮਨ ਦੇ ਅੰਦਰ ਚਾਅ ਸੀ ਕਿ ਮੈਂ ਵਿਆਹ ਕਰਾਵਾਂ, ਵਿਆਹ ਕਰਵਾਉਣ ਲਈ ਉਸਨੇ ਸਭ ਤੋਂ ਪਹਿਲਾਂ ਜੋ ਕੰਮ ਕੀਤਾ ਉਹ ਕਿਹੜਾ ਸੀ। ਉੱਤਰ ਹੈ ਬਾਂਦਰ ਨੇ ਅਖਬਾਰ ਵਿੱਚ ਇਸ ਬਾਰੇ ਇਸ਼ਤਿਹਾਰ ਦਿੱਤਾ। ਸੋ ਬੇਟੇ ਇੱਥੇ ਆਪਾਂ ਨੇ ਇਹ ਗੱਲ ਸਮਝਣੀ ਹੈ ਕਿ ਤੁਸੀਂ ਵੀ, ਆਪਾਂ ਇਹ ਸੋਚਦੇ ਹਾਂ ਕਿ ਬਾਂਦਰ ਕਿਵੇਂ ਇਸ਼ਤਿਹਾਰ ਦੇ ਸਕਦਾ। ਬੇਟਾ ਇੱਥੇ ਬਾਂਦਰ ਨੂੰ ਇੱਕ ਕਹਾਣੀ ਰੂਪ ਦੇ ਵਿੱਚ, ਪਾਤਰ ਦੇ ਰੂਪ ਦੇ ਵਿੱਚ ਪੇਸ਼ ਕੀਤਾ, ਪਰ ਇੱਕ ਬਾਂਦਰ ਇੱਕ ਮਨੁੱਖ ਨੂੰ ਰਿਪਰੈਜ਼ੈਂਟ ਕਰ ਰਿਹਾ। ਇੱਕ ਵਿਅਕਤੀ ਦੀ ਜੋ ਕਹਾਣੀ ਹੈ ਉਹ ਬਾਂਦਰ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਸੋ ਬਾਂਦਰ ਨੇ ਅਖਬਾਰ ਵਿੱਚ ਇਸ ਬਾਰੇ ਇਸ਼ਤਿਹਾਰ ਦਿੱਤਾ, ਵਿਆਹ ਕਰਵਾਉਣ ਬਾਰੇ। ਪ੍ਰਸ਼ਨ ਨੰਬਰ ਈੜੀ, ਨੱਥੋ ਕਿਹੋ ਜਿਹੇ ਕੱਪੜੇ ਪਾ ਕੇ ਆਈ। ਜਿਵੇਂ ਬੇਟਾ ਅਸੀਂ ਆਮ ਮਨੁੱਖ ਦਾ ਵਿਆਹ ਹੁੰਦਾ, ਜਿਸ ਤਰ੍ਹਾਂ ਮਨੁੱਖ ਦੀ ਇੱਕ ਪਤਨੀ ਲਾਲ ਸੂਹੇ ਕੱਪੜੇ ਪਹਿਨ ਕੇ ਆਉਂਦੀ ਹੈ, ਉਸੇ ਤਰ੍ਹਾਂ ਨੱਥੋ ਵੀ ਤਿਆਰ ਹੋ ਕੇ ਆਉਂਦੀ ਹੈ। ਆਓ ਪੜ੍ਹਦੇ ਹਾਂ ਉੱਤਰ ਕਿ ਨੱਥੋ ਲਾਲ ਕੱਪੜੇ ਪਾ ਕੇ ਆਈ, ਉਸ ਦੇ ਤੇੜ ਲਾਲ ਘੱਗਰਾ ਤੇ ਵਾਲਾਂ ਵਿੱਚ ਲਾਲ ਪਰਾਂਦੀ ਸੀ। ਇਹ ਬੇਟਾ ਜਿਹੜਾ ਨੱਥੋ ਦਾ ਪਹਿਰਾਵਾ ਹੈ ਕਿ ਨੱਥੋ ਨੇ ਲਾਲ ਕੱਪੜੇ ਪਾਏ ਹੋਏ ਸਨ, ਉਸ ਦੇ ਤੇੜ ਲਾਲ ਘੱਗਰਾ ਸੀ ਤੇ ਵਾਲਾਂ ਵਿੱਚ ਲਾਲ ਪਰਾਂਦੀ ਪਾਈ ਹੋਈ ਸੀ। ਪ੍ਰਸ਼ਨ ਨੰਬਰ ਐੜਾ, ਮਿਲਖੀ ਦੀਆਂ ਆਦਤਾਂ ਕਿਹੋ ਜਿਹੀਆਂ ਸਨ। ਉੱਪਰ ਆਪਾਂ ਜ਼ਿਕਰ ਕੀਤਾ ਹੈ ਕਿ ਜੋ ਮਿਲਖੀ ਹੈ ਉਸ ਦੀਆਂ ਜਿਹੜੀਆਂ ਆਦਤਾਂ ਹਨ ਉਹ ਬਹੁਤ ਬੁਰੀਆਂ ਸਨ। ਆਓ ਪੜ੍ਹਦੇ ਹਾਂ ਕਿ ਮਿਲਖੀ ਨੂੰ ਗੰਦਾ ਰਹਿਣ ਦੀ ਆਦਤ ਸੀ। ਮਿਲਖੀ ਨੂੰ ਗੰਦਾ ਰਹਿਣ ਦੀ ਆਦਤ ਸੀ। ਉਹ ਨਾ ਮੂੰਹ ਧੋਂਦਾ ਸੀ ਤੇ ਨਾ ਦਾਤਣ ਕਰਦਾ ਸੀ। ਉਹ दारू ਵੀ ਪੀਂਦਾ ਸੀ ਤੇ ਤੰਬਾਕੂ ਵੀ ਖਾਂਦਾ ਸੀ, ਭਾਵ ਜਰਦਾ ਵੀ ਖਾਂਦਾ ਸੀ। ਹੁਣ ਮਿਲਖੀ ਦੀਆਂ ਆਦਤਾਂ ਕਿਹੋ ਜਿਹੀਆਂ ਸਨ, ਬਹੁਤ ਗੰਦੀਆਂ ਆਦਤਾਂ ਸਨ। ਉਹ ਨਾ ਮੂੰਹ ਧੋਂਦਾ ਸੀ, ਨਾ ਦਾਤਣ ਕਰਦਾ ਸੀ। ਉਹ दारू ਪੀਂਦਾ ਸੀ ਤੇ ਜਰਦਾ ਭਾਵ ਤੰਬਾਕੂ ਖਾਂਦਾ ਸੀ। ਪ੍ਰਸ਼ਨ ਨੰਬਰ ਹਾਹਾ, ਮਿਲਖੀ ਦੀਆਂ ਆਦਤਾਂ ਤੋਂ ਤੰਗ ਆ ਕੇ ਨੱਥੋ ਨੇ ਕੀ ਕੀਤਾ। ਉੱਤਰ ਹੈ ਮਿਲਖੀ ਦੀਆਂ ਆਦਤਾਂ ਤੋਂ ਤੰਗ ਆ ਕੇ ਨੱਥੋ ਪੇਕੇ ਤੁਰ ਗਈ। ਪੇਕੇ ਤੋਂ ਭਾਵ ਜਿੱਥੋਂ ਵਿਆਹ ਕੇ ਆਈ ਸੀ, ਆਪਣੇ ਘਰ ਚਲੀ ਗਈ, ਭਾਵ ਆਪਣੇ ਪੇਕੇ ਪਰਿਵਾਰ ਦੇ ਵਿੱਚ ਚਲੀ ਗਈ। ਸਹੁਰੇ ਪਰਿਵਾਰ ਨੂੰ ਉਹ ਛੱਡ ਕੇ ਚਲੀ ਗਈ, ਮਿਲਖੀ ਨੂੰ ਵੀ ਛੱਡ ਕੇ ਚਲੀ ਗਈ ਕਿਉਂਕਿ ਉਸ ਦੀਆਂ ਆਦਤਾਂ ਬਹੁਤ ਖਰਾਬ ਸਨ। ਪ੍ਰਸ਼ਨ ਨੰਬਰ ਕੱਕਾ, ਮਿਲਖੀ ਨੇ ਨੱਥੋ ਨੂੰ ਕਿਵੇਂ ਮਨਾਇਆ। ਸੋ ਬੇਟਾ ਜਿਹੜੀਆਂ ਗੱਲਾਂ ਕਰਕੇ ਕੋਈ ਰੁੱਸ ਕੇ ਜਾਂਦਾ, ਉਹ ਗੱਲਾਂ ਨੂੰ ਜੇਕਰ ਅਸੀਂ ਬਦਲਾਂਗੇ, ਆਪਣੇ ਆਪ ਨੂੰ ਬਦਲਾਂਗੇ, ਉਹਨਾਂ ਆਦਤਾਂ ਨੂੰ ਬਦਲਾਂਗੇ ਤਾਂ ਕੋਈ ਰੁੱਸਿਆ ਹੋਇਆ ਮੰਨਦਾ ਹੈ। ਸੋ ਨੱਥੋ ਦੇ ਰੁੱਸਣ ਦੇ ਜਿਹੜੇ ਕਾਰਨ ਸਨ ਉਹਨਾਂ ਨੂੰ ਸੁਧਾਰ ਕੇ ਹੀ ਉਹ ਉਸ ਨੂੰ ਮਨਾ ਸਕਦਾ ਸੀ। ਆਓ ਪੜ੍ਹਦੇ ਹਾਂ ਉੱਤਰ, ਮਿਲਖੀ ਨੇ ਸਾਫ ਸੁਥਰਾ ਬਣ ਕੇ ਨੱਥੋ ਕੋਲ ਗਿਆ। ਹੁਣ ਮਿਲਖੀ ਸਾਫ ਸੁਥਰਾ ਬਣ ਕੇ ਨੱਥੋ ਕੋਲ ਗਿਆ ਤੇ ਕਿਹਾ ਕਿ ਹੁਣ ਉਸ ਦੀ ਅਕਲ ਟਿਕਾਣੇ ਆ ਗਈ ਹੈ, ਭਾਵ ਉਸ ਨੂੰ ਸੁਰਤ ਆ ਗਈ ਹੈ, ਉਸ ਨੂੰ ਸਮਝ ਆ ਗਈ ਹੈ ਕਿ ਮੇਰੀਆਂ ਬੁਰੀਆਂ ਆਦਤਾਂ ਕਰਕੇ ਹੀ ਨੱਥੋ ਮੈਨੂੰ ਛੱਡ ਕੇ ਗਈ ਹੈ, ਜਾਂ ਜੋ ਆਦਤਾਂ ਮੈਂ ਅਪਣਾਈਆਂ ਹਨ ਉਹ ਆਦਤਾਂ ਬੁਰੀਆਂ ਹਨ। ਉਹ ਅੱਗੇ ਤੋਂ ਸਫਾਈ ਰੱਖੇਗਾ ਅਤੇ ਨਸ਼ਾ ਨਹੀਂ ਕਰੇਗਾ। ਸੋ ਜਿਵੇਂ ਅਸੀਂ ਦੇਖਿਆ ਵੀ ਸਫਾਈ ਰੱਖਣ ਤੋਂ ਭਾਵ ਬੇਟਾ ਕੀ ਹੈ, ਸਰੀਰਕ ਸਫਾਈ। ਜਿਵੇਂ ਤੁਸੀਂ ਸਾਰੇ ਸਵੇਰੇ ਉੱਠਦੇ ਹਾਂ, ਆਪਾਂ ਬਰੱਸ਼ ਕਰਦੇ ਹਾਂ, ਮੂੰਹ ਧੋਂਦੇ ਹਾਂ, ਨਹਾਉਂਦੇ ਹਾਂ, ਸਾਫ ਕੱਪੜੇ ਪਾਉਂਦੇ ਹਾਂ। ਸੋ ਇਹ ਸਫਾਈ ਨਾਲ ਸੰਬੰਧਿਤ ਨੇ। ਅਤੇ ਅੱਗੇ ਜੋ ਮਿਲਖੀ ਦੀਆਂ ਆਦਤਾਂ ਸਨ ਕਿ ਉਹ ਨਾ ਹੀ ਤਾਂ ਨਹਾਉਂਦਾ ਸੀ, ਨਾ ਹੀ ਦਾਤਣ ਕਰਦਾ ਸੀ, ਨਾ ਹੀ ਮੂੰਹ ਧੋਂਦਾ ਸੀ। ਉਹ ਸ਼ਰਾਬ ਪੀਂਦਾ ਸੀ, ਤੰਬਾਕੂ ਖਾਂਦਾ ਸੀ। ਸੋ ਉਸ ਦੀ ਅਕਲ ਟਿਕਾਣੇ ਆ ਗਈ ਸੀ, ਭਾਵ ਉਸ ਨੂੰ ਸਮਝ ਲੱਗ ਗਈ ਸੀ ਕਿ ਬੁਰੀਆਂ ਆਦਤਾਂ ਨੂੰ ਛੱਡਣ ਵਿੱਚ ਹੀ ਭਲਾਈ ਹੈ। ਸੋ ਉਸ ਨੇ
ਨੱਥੋ ਅੱਗੇ ਜਾ ਕੇ ਤੌਬਾ ਕੀਤੀ ਅਤੇ ਕਿਹਾ ਕਿ ਮੇਰੀ ਅਕਲ ਟਿਕਾਣੇ ਆ ਗਈ ਹੈ ਅਤੇ ਅੱਗੇ ਤੋਂ ਉਹ ਸਰੀਰ ਦੀ ਸਫਾਈ ਰੱਖੇਗਾ ਅਤੇ ਨਸ਼ਾ ਨਹੀਂ ਕਰੇਗਾ। ਇਹ ਗੱਲਾਂ ਕਹਿ ਕੇ ਉਸਨੇ ਨੱਥੋ ਨੂੰ ਮਨਾਇਆ। ਪ੍ਰਸ਼ਨ ਨੰਬਰ ਖੱਖਾ, ਇੱਥੇ ਨੱਥੇ ਲਿਖਿਆ ਪਿਆ, ਇਹਦਾ ਉੱਤੇ ਕੁਐਸਚਨ ਹੋਏਗਾ ਕਿ ਨੱਥੋ ਨੰਨੇ ਤੇ ਆਦਿਕ ਥੱਥੇ ਨੂੰ ਹੋੜਾ, ਲਾਂ ਦੀ ਜਗ੍ਹਾ 'ਤੇ ਹੋੜਾ ਪਾਉਣਾ ਹੈ। ਨੱਥੋ ਦੂਜੀ ਵਾਰੀ ਕਿਵੇਂ ਆਈ? ਹੁਣ ਪਹਿਲੀ ਵਾਰ ਰੁੱਸ ਕੇ ਚਲੀ ਗਈ, ਦੂਜੀ ਵਾਰ ਉਹ ਕਿਵੇਂ ਆਈ? ਨੱਥੋ ਦੂਜੀ ਵਾਰੀ ਮਿਲਖੀ ਦੁਆਰਾ ਆਪਣੀਆਂ ਆਦਤਾਂ ਸੁਧਾਰਨ ਦਾ ਵਾਅਦਾ ਕਰਕੇ ਟਮ ਟਮ ਵਿੱਚ ਚੜ੍ਹ ਕੇ ਬੜੇ ਚਾਅ ਨਾਲ ਆਈ। ਸੋ ਬੇਟਾ ਜਿਹੜੀਆਂ ਇਹਦੀਆਂ ਨੱਥੋ ਦੀਆਂ ਮਤਲਬ ਆਪਦੀਆਂ ਇੱਛਾਵਾਂ ਸੀ ਉਹ ਇਹ ਸੀ ਕਿ ਜਿਸ ਮੁੰਡੇ ਨਾਲ ਉਸ ਦਾ ਵਿਆਹ ਹੋਇਆ, ਭਾਵ ਉਸ ਬਾਂਦਰ ਨਾਲ, ਉਹ ਦਾਤਨ ਕੁਰਲਾ ਕਰਦਾ ਹੋਵੇ, ਨਹਾਉਂਦਾ ਹੋਵੇ, ਸੋਹਣੇ ਕੱਪੜੇ ਪਾਉਂਦਾ ਹੋਵੇ, ਉਹ ਨਸ਼ੇ ਨਾ ਕਰਦਾ ਹੋਵੇ। ਅਤੇ ਉਲਟ ਕੀ ਹੋਇਆ, ਮਿਲਖੀ ਦੇ ਵਿੱਚ ਉਹ ਸਾਰੀਆਂ ਆਦਤਾਂ ਸੀਗੀਆਂ, ਉਹ ਜੋ ਸੋਚਦੀ ਸੀ ਉਹਦੀ ਸੋਚ ਤੋਂ ਉਲਟ ਹੋਇਆ। ਪਰ ਆਖਰ ਦੇ ਵਿੱਚ ਫਿਰ ਜਿਹੜਾ ਮਿਲਖੀ ਆ ਉਸ ਨੂੰ ਸਮਝ ਆਉਂਦੀ ਹੈ ਕਿ ਮੈਨੂੰ ਬੁਰੀਆਂ ਆਦਤਾਂ ਛੱਡਣੀਆਂ ਪੈਣਗੀਆਂ ਜੇਕਰ ਨੱਥੋ ਨੂੰ ਘਰ ਵਾਪਸ ਲੈ ਕੇ ਆਉਣਾ ਹੈ। ਅਤੇ ਦੂਜੀ ਵਾਰ ਨੱਥੋ ਮਿਲਖੀ ਨਾਲ ਉਦੋਂ ਆਉਂਦੀ ਹੈ ਜਦੋਂ ਮਿਲਖੀ ਆਪਣੀਆਂ ਸਾਰੀਆਂ ਬੁਰੀਆਂ ਆਦਤਾਂ ਦਾ ਤਿਆਗ ਕਰ ਦਿੰਦਾ ਹੈ। ਸੋ ਬੱਚੇ ਇਹ ਸਨ ਸਾਡੇ ਕੁਐਸਚਨ ਆਨਸਰ। ਸੋ ਇਸ ਨਾਲ ਸੰਬੰਧਿਤ ਜਿਹੜਾ ਵਿਆਕਰਨ ਭਾਗ ਹੈ ਉਸ ਬਾਰੇ ਵੀ ਜਾਣਦੇ ਹਾਂ ਕਿ ਹੇਠਾਂ ਲਿਖੀਆਂ ਕਾਵਿ ਤੁਕਾਂ ਪੂਰੀਆਂ ਕਰੋ। ਮਨ ਵਿੱਚ ਕਰਕੇ ਸੋਚ ਵਿਚਾਰ, ਅੱਗੇ ਅਸੀਂ ਨੇ ਫਿਲ ਕਰਨਾ ਹੁੰਦਾ ਹੈ ਨਾ ਕਢਾਇਆ ਵਿੱਚ ਅਖਬਾਰ। ਉਸਨੇ ਆਪਣੇ ਮਨ ਦੇ ਨਾਲ ਸੋਚ ਵਿਚਾਰ ਕਰਕੇ ਅਖਬਾਰ ਦੇ ਵਿੱਚ ਆਪਣਾ ਨਾਂ ਕਢਾਇਆ। ਨਾਂ ਕਢਾਉਣ ਤੋਂ ਭਾਵ ਵੀ ਉਸਨੇ ਸ਼ਾਦੀ ਲਈ ਆਪਣੀ ਮੈਟਰੀਮੋਨੀਅਲ ਜਿਹੜੀ ਐਡ ਹੁੰਦੀ ਹੈ, ਵਰ ਦੀ ਲੋੜ ਹੈ, ਕੰਨਿਆ ਦੀ ਲੋੜ ਹੈ, ਜਿਵੇਂ ਅਸੀਂ ਅਖਬਾਰ ਦੇ ਖਾਨਿਆਂ ਦੇ ਵਿੱਚ ਪੜ੍ਹਦੇ ਹਾਂ, ਉਸ ਤਰ੍ਹਾਂ ਆਪਣਾ ਨਾਮ ਛਪਵਾਇਆ। ਅਗਲਾ ਹੈ ਕਿ ਨਹਾਤਾ ਧੋਤਾ ਸੁਰਮਾ ਪਾਇਆ। ਇਸ ਤੋਂ ਬਾਅਦ ਅਸੀਂ ਲਿਖਾਂਗੇ ਕਿ ਨੱਥੋ ਅੱਗੇ ਜਾ ਮਟਕਾਇਆ। ਫਿਰ ਉਸ ਨੇ ਜਦੋਂ ਨੱਥੋ ਨੂੰ ਲੈ ਕੇ ਆਉਣ ਬਾਰੇ ਸੋਚਿਆ ਤਾਂ ਉਹ ਨਹਾ ਧੋ ਕੇ ਸੁਰਮਾ ਪਾ ਕੇ ਨੱਥੋ ਦੇ ਅੱਗੇ ਜਾ ਖਲੋਂਦਾ ਹੈ। ਅਗਲਾ ਹੈ ਕਿ ਹੇਠ ਲਿਖੀਆਂ ਤੁਕਾਂ ਦੇ ਭਾਵ ਅਰਥ ਦੱਸੋ। ਇੱਕ ਸਿਆਣੀ ਨੱਥੋ ਲੱਭੇ, ਅੱਗੇ ਪਿੱਛੇ ਸੱਜੇ ਖੱਬੇ, ਨਾ ਪੈਸਾ ਨਾ ਦਾਜ ਦਹੇਜ, ਜਾਤ ਪਾਤ ਤੋਂ ਕਰਾਂ ਗੁਰੇਜ। ਸੋ ਬੇਟਾ ਜਿਵੇਂ ਅਸੀਂ ਅਖਬਾਰਾਂ ਦੇ ਵਿੱਚ ਐਡ ਦੇਖਦੇ ਹਾਂ, ਬਹੁਤ ਸਾਰੇ ਜਿਹੜੇ ਪੜ੍ਹੇ ਲਿਖੇ ਮੁੰਡੇ ਬਾਹਰੋਂ ਆਉਂਦੇ ਨੇ, ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਬਹੁਤ ਅੱਛੀ ਹੁੰਦੀ ਹੈ। ਉਹ ਕਿਸੇ ਵੀ ਪ੍ਰਕਾਰ ਦਾ ਲੋਭ ਲਾਲਚ ਨਹੀਂ ਕਰਦੇ। ਉਹ ਜਦੋਂ ਵੀ ਅਖਬਾਰ ਦੇ ਵਿੱਚ ਐਡ ਦਿੰਦੇ ਨੇ ਅਤੇ ਬਹੁਤ ਸਾਰੀਆਂ ਕੁੜੀਆਂ ਵੀ ਬਾਹਰੋਂ ਆ ਕੇ ਜਦੋਂ ਇੱਧਰ ਕੋਈ ਮੁੰਡਾ ਲੱਭਦੀਆਂ ਨੇ ਤਾਂ ਉਹ ਇਹੀ ਗੱਲਾਂ ਲਿਖਦੀਆਂ ਨੇ ਕਿ ਇਹ ਸਾਨੂੰ ਕਿਸੇ ਵੀ ਪ੍ਰਕਾਰ ਦਾ ਜਿਹੜਾ ਦਹੇਜ ਨਹੀਂ ਅਸੀਂ ਮੰਗਾਂਗੇ, ਸਿੰਪਲ ਸਾਦਾ ਵਿਆਹ ਕਰਾਂਗੇ। ਅਤੇ ਕਈ ਤਾਂ ਆਪਣੀ ਜਾਤੀ ਤੋਂ ਬਿਨਾਂ ਵੀ ਪੜ੍ਹੇ ਲਿਖੇ ਮਨੁੱਖ ਦੀ ਭਾਲ ਦੇ ਵਿੱਚ ਇਹ ਐਡ ਦੇ ਵਿੱਚ ਲਗਵਾ ਦਿੰਦੇ ਹਨ ਕਿ ਸਾਨੂੰ ਜਾਤੀ ਦਾ ਵੀ ਕੋਈ ਪਰਹੇਜ਼ ਨਹੀਂ, ਗੁਰੇਜ਼ ਨਹੀਂ। ਕਿਸੇ ਵੀ ਜਾਤੀ ਦੀ ਕੁੜੀ ਹੋ ਸਕਦੀ ਹੈ। ਜੇ ਮੁੰਡਾ ਐਡ ਲਵਾਉਂਦਾ ਅਤੇ ਕਈ ਵਾਰ ਕੁੜੀ ਐਡ ਲਵਾਉਂਦੀ ਹੈ ਅਤੇ ਉਹ ਕਹਿੰਦੇ ਆ ਵੀ ਕਿਸੇ ਵੀ ਜਾਤੀ ਦਾ ਮੁੰਡਾ ਹੋ ਸਕਦਾ ਹੈ। ਸੋ ਇਸੇ ਤਰ੍ਹਾਂ ਜਿਹੜਾ ਇਸ ਆਪਾਂ ਪੜ੍ਹੀ ਹੈ ਕਹਾਣੀ, ਇਹਦੇ ਵਿੱਚ ਮਿਲਖੀ ਆਪਣੀ ਐਡ ਲਗਵਾਉਂਦਾ ਹੈ। ਸੋ ਅੱਗੇ ਬੇਟਾ ਅਸੀਂ ਪੜ੍ਹਦੇ ਹਾਂ ਇਹਦਾ ਭਾਵ ਅਰਥ ਕਿ ਮਿਲਖੀ ਨੇ ਅਖਬਾਰ ਵਿੱਚ ਜਿਹੜਾ ਨਾਂ ਕਢਵਾਇਆ ਕਿ ਉਸ ਨੂੰ ਸਿਰਫ ਸਿਆਣੀ ਪਤਨੀ ਚਾਹੀਦੀ ਹੈ, ਭਾਵੇਂ ਉਹ ਕਿਤੋਂ ਦੀ ਵੀ ਹੋਵੇ। ਉਸ ਨੂੰ ਦਾਜ ਦਹੇਜ ਦਾ ਕੋਈ ਲਾਲਚ ਨਹੀਂ ਅਤੇ ਨਾ ਹੀ ਜਾਤ ਪਾਤ ਦੀ ਵਿਚਾਰ ਹੈ। ਸੋ ਬੱਚਿਓ ਇਹ ਇਹਨਾਂ ਲਾਈਨਾਂ ਦੇ ਅਰਥ ਨੇ ਕਿ ਇਹਦੇ ਵਿੱਚ ਜਿਹੜਾ ਮਿਲਖੀ ਆ ਉਹ ਆਪਣੀ ਸੋਚ ਬਾਰੇ ਦੱਸਦਾ ਕਿ ਕਿਤੋਂ ਦੀ ਵੀ ਕੁੜੀ ਹੋ ਸਕਦੀ ਹੈ। ਕਿਤੋਂ ਭਾਵ ਵੀ ਜੇ ਉਹ ਪੰਜਾਬ 'ਚ ਆਇਆ ਤਾਂ ਪੰਜਾਬ ਦੀ ਕਿਤੋਂ ਦੀ ਵੀ ਕੁੜੀ ਹੋ ਸਕਦੀ ਹੈ, ਜੇ ਇੰਡੀਆ 'ਚ ਆਇਆ ਤਾਂ ਕਿਸੇ ਵੀ ਸਟੇਟ ਦੀ ਕੁੜੀ ਹੋ ਸਕਦੀ ਹੈ, ਹੈ ਨਾ। ਅਤੇ ਉਸ ਨੂੰ ਦਾਜ ਦਹੇਜ ਦਾ ਕੋਈ ਲਾਲਚ ਨਹੀਂ ਅਤੇ ਨਾ ਹੀ ਜਾਤ ਪਾਤ ਦਾ ਉਹ ਵਿਚਾਰ ਕਰਦਾ। ਉਹਨੇ ਕੋਈ ਵੀ ਲਾਲਚ ਨਹੀਂ ਰੱਖਿਆ ਅਤੇ ਉਸ ਨੂੰ ਕਿਸੇ ਵੀ ਪ੍ਰਕਾਰ ਦਾ ਸੰਕੋਚ ਨਹੀਂ। ਅਤੇ ਜਦੋਂ ਵੀ ਕਿਸੇ ਐਡ ਦੇ ਵਿੱਚ ਇੰਨੀ ਵਧੀਆ ਗੱਲਾਂ ਲਿਖੀਆਂ ਹੋਣ ਅਤੇ ਕੋਈ ਵੀ ਦੂਸਰਾ ਜਿਨ੍ਹਾਂ ਨੇ ਧੀ ਉਸ ਵਿਅਕਤੀ ਨੂੰ ਦੇਣੀ ਆ ਅਤੇ ਉਹ ਬਹੁਤ ਇਸ ਚੀਜ਼ ਤੋਂ ਇੰਪਰੈਸ ਹੁੰਦਾ, ਉਸ ਨੂੰ ਬਹੁਤ ਚੰਗਾ ਲੱਗਦਾ। ਤਾਂ ਇਸ ਤਰ੍ਹਾਂ ਜਿਹੜਾ ਮਿਲਖੀ ਨੇ ਆਪਣਾ ਅਖਬਾਰ ਦੇ ਵਿੱਚ ਨਾਮ ਦਿੱਤਾ। ਸੋ ਪਿਆਰੇ ਬੱਚਿਓ ਇਹ ਸੀਗਾ ਆਪਣਾ ਚੈਪਟਰ ਅਤੇ ਉਹਦੇ ਨਾਲ ਸੰਬੰਧਿਤ ਵਿਆਕਰਨ ਭਾਗ। ਸੋ ਉਪਰੋਕਤ ਤੁਸੀਂ ਜਿਹੜੇ ਕੁਐਸਚਨ ਆਨਸਰ ਨੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਆਪ ਜੀ ਨੇ ਹੋਰ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਆਪਣੀ ਪਾਠ ਪੁਸਤਕ ਵਿੱਚੋਂ ਇਸ ਚੈਪਟਰ ਨੂੰ ਜ਼ਰੂਰ ਪੜ੍ਹਨਾ ਹੈ।
ਆਸ ਕਰਦੇ ਹਾਂ ਇਹ ਵੀਡੀਓ ਭਵਿੱਖ ਵਿੱਚ ਤੁਹਾਡੇ ਲਈ ਲਾਹੇਗਾਰ ਸਾਬਤ ਹੋਵੇਗੀ। ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।